ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। जो हमरी विद होती मेरे सतगुरा, साबित तुम हर जानो आपे हम रुलते फिरते कोई बात न पूछता। गुर सतगुर संग कीरे हम थापे, धन धन गुरु नानक जन केरा। जित मिलिया चुके सब शोक संतापे, जी जंत सब शरण तुम्हारी सर्ब चिंत तुद पासे। जो तुद पावै सोई चंगा, जो तुद पावै सोई चंगा। एक नानक की अरदासे, तू केड़े रंगां दे विच खेडना, मैं की जाना तेरी सार नूं। दाता केड़ियां रंगां दे विच आपे हर एक रंग है, आपे पावै नानका साईं गल चंगी। मैं नहीं प्रभ सब किछ तेरा, मैं नहीं प्रभ सब किछ तेरा। गुरु के सगुण कील करत स्वामी मेरा। नगर में आप बाहर पुण्य आपन, प्रभ मेरे को सगल तेरा। आप ही राजन आप ही राया, कह कह ठाकुर कह कह तेरा। आपको दया का शो बलवंचा, जय जय देखो जय जय तेरा। साधुत गुर भेटियो नानक मिल सागर, बूंद नहीं अंधेरा। आपे हर एक रंग है, आपे बहु रंगी। जो तिस पावै नानका साईं गल चंगी। गुरु प्यारे साध संगत जीओ, आओ समाई पाई खंडा ब्रह्मंडा दे मालक साहिब श्री गुरु ग्रंथ साहिब महाराज जी नूं शीश झुकाइए, हथ जोड़ के फतेह दा सिमरन करिए। वाहिगुरू जी का खालसा, वाहिगुरू जी की फतेह। प्रबंधक जना ने सतगुर सच्चे पातशाह जी का ओट आसरा लैके समूह इलाके दियां संगतां दे सहयोग नाल ये 3 दिन दे महान सालाना गुरमत समागम रोशनपुर चुंगियां विखे इस स्थान ते रखे हैं। अज आपां सारे इस पनाल दे तीसरे दीवान दीयां हाजरियां भर रहे हैं। शाम के नितनेम तो बाद हुण तक आप जियां ने रब्बी बाण दे कीर्तन गुरमत विचारां सरवण कीतियां हन। हुणे हुणे 10 तो पहला बीबियां दे जत्थे पासों आप जियां ने गुरबाणी दे रस पिन्ने कीर्तन सरवण कीते। जो बाकी समा है उसनूं भी सफल करन वास्ते
ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੋ। ਇਹ ਸਮਾਗਮ ਸ਼ਹੀਦਾਂ ਦੇ ਸਰਤਾਜ ਪੰਚਮ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਸ਼ਹਾਦਤ ਨੂੰ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਨ। ਪਿਛਲੇ 2 ਦਿਨ ਦੇ ਅੰਦਰ ਵਿਚਾਰ ਕੀਤੀ ਗਈ ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਸਮੇਂ ਗੁਰਸਿੱਖੀ ਦਾ ਪ੍ਰਚਾਰ, ਗੁਰਮਤਿ ਦਾ ਪ੍ਰਚਾਰ ਪੂਰੇ ਜ਼ੋਰਾਂ ਤੇ ਸੀ। ਕਿਉਂਕਿ ਇਸ ਦਰ ਤੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਦੀਵਾਨ ਜਿਸ ਦੀਆਂ ਵਿਚਾਰਾਂ ਇਹਦੇ ਤੇ ਹੋਈਆਂ, ਭਾਵ ਇਸ ਬਚਨ ਨੂੰ ਹੀ ਨਮਸਕਾਰ ਕੀਤੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜੋ 2 ਦੇ ਅੰਦਰ ਵਿਚਾਰਾਂ ਹੋਈਆਂ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾਂ ਕੋ ਸਾਂਝਾ। ਪਰ ਅਸੀਂ ਆਮ ਦੇਖਦੇ ਹਾਂ ਕਿ ਅੱਲਾ ਅੱਲਾ ਜਪਣ ਵਾਲੇ ਆਪਣੇ ਮੁਖ ਤੋਂ ਰਾਮ ਰਾਮ ਨਹੀਂ ਜਪਦੇ ਤੇ ਰਾਮ ਰਾਮ ਜਪਣ ਵਾਲੇ ਅੱਲਾ ਅੱਲਾ ਨਹੀਂ ਜਪਦੇ। ਪਰ ਗੁਰਸਿੱਖ ਜੋ ਹੈ, ਜਿਸ ਰਸਨਾ ਨਾਲ ਉਸ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਉਸੇ ਰਸਨਾ ਨਾਲ ਪੜ੍ਹਦਾ ਹੈ। ਜੇ ਸੋ ਕੋ ਚਾਹੇ ਸਦਾ ਸਨ ਰਾਮ ਕੀਲੇ, ਉਹ ਰਾਮ ਜਿਹੜਾ ਹਰ ਜਗ੍ਹਾ ਰਮਿਆ ਹੋਇਆ ਹੈ, ਉਸੇ ਰਸਨਾ ਨਾਲ ਗੁਰਸਿੱਖ ਪੜ੍ਹਦਾ ਹੈ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸੋ ਇਹ ਐਸਾ ਦਰ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਦ ਸੁਆਮੀ ਸੰਦਾ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਿਸ ਵੇਲੇ ਤੋਂ ਗੁਰਿਆਈ ਬਖਸ਼ਿਸ਼ ਹੋਈ, ਆਪ ਜੀ ਦੇ ਵੱਡੇ ਭਰਾਤਾ ਭਾਈ ਪ੍ਰਿਥਵੀਆ ਜੀ, ਉਹਨਾਂ ਨੇ ਹਰ ਤਰ੍ਹਾਂ ਦਾ ਵਾਰ ਕੀਤਾ। ਪੰਚਮ ਪਾਤਸ਼ਾਹ ਸਭ ਨਾਲ ਪਿਆਰ ਕਰਦੇ, ਸਭ ਦਾ ਸਤਿਕਾਰ ਕਰਦੇ। ਜੇ ਲਾਹੌਰ ਵਿੱਚ ਬਿਮਾਰੀ ਪਈ, ਜਿੱਥੇ ਲੋਕ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਛੱਡ ਛੱਡ ਕੇ ਜਾਂਦੇ, ਮੇਰੇ ਪੰਚਮ ਪਾਤਸ਼ਾਹ ਗੁਰਸਿੱਖਾਂ ਨੂੰ ਨਾਲ ਲੈ ਕੇ ਪਹੁੰਚਦੇ ਹੈ, ਬਿਮਾਰਾਂ ਦਾ ਇਲਾਜ ਕਰਦੇ ਹੈ। ਜਦੋਂ ਚੜ੍ਹਾਈ ਕਰ ਜਾਂਦੇ ਹੈ, ਜਿਵੇਂ ਕਿਸੇ ਦੀ ਮਰਜ਼ਾਦਾ ਹੈ, ਕਿਸੇ ਦਾ ਸੰਸਕਾਰ ਹੋ ਰਿਹਾ, ਕਿਸੇ ਨੂੰ ਸੁਣਾਇਆ ਜਾ ਰਿਹਾ, ਉਹਦਾ ਅਸਰ ਵੀ ਸੰਗਤਾਂ ਤੇ ਜਨਤਾ ਤੇ ਬਹੁਤ ਪਿਆ। ਅਕਬਰ ਬਾਦਸ਼ਾਹ ਨੂੰ ਪਤਾ ਲੱਗਾ, ਬੇਨਤੀ ਕੀਤੀ, ਮੈਂ ਕੀ ਸੇਵਾ ਕਰਾਂ। ਮਹਾਰਾਜ ਨੇ ਕੋਈ ਦੁਨਿਆਵੀ ਸੁੱਖ ਨਹੀਂ ਮੰਗਿਆ, ਕੋਈ ਧਨ ਪਦਾਰਥ, ਰਾਜ ਭਾਗ, ਕੋਈ ਜਗੀਰ ਨਹੀਂ ਮੰਗੀ। ਕਿਉਂਕਿ ਸਤਿਗੁਰੂ ਤਾਂ ਆਪ ਪੀਰਾਂ ਦੇ ਪੀਰ, ਗੁਰੂਆਂ ਦੇ ਗੁਰੂ, ਦਾਤਿਆਂ ਦੇ ਦਾਤੇ ਹਨ। ਸਤਿਗੁਰ ਜੇ ਵਡਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ। ਮੇਰੇ ਸਤਿਗੁਰੂ ਨੇ ਜਿੱਥੇ ਸੰਸਾਰ ਦਾ ਭਲਾ ਮੰਗਿਆ, ਉੱਥੇ ਅਕਬਰ ਬਾਦਸ਼ਾਹ ਨੂੰ ਕਿਹਾ ਕਿ ਇਹਨਾਂ ਕਿਸਾਨਾਂ ਦਾ ਮਾਮਲਾ ਮਾਫ ਕਰ ਦਿਓ, ਗਰੀਬਾਂ ਦੀ ਮਦਦ ਕਰੋ, ਇਹਨਾਂ ਨੇ ਬੜਾ ਦੁੱਖ ਹੰਢਾਇਆ। ਉਹਦਾ ਅਸਰ ਵੀ ਬੜਾ ਗਹਿਰਾ ਪਿਆ। ਸਾਈਂ ਮੀਆਂ ਮੀਰ ਵਰਗੇ ਇਸਲਾਮ ਨੂੰ ਮੰਨਣ ਵਾਲੇ ਗੁਰੂ ਘਰ ਦੇ ਮੁਰੀਦ ਬਣ ਗਏ। ਵਜ਼ੀਰ ਖਾਂ ਵਰਗੇ ਜਿਨ੍ਹਾਂ ਦੀ ਜਰੋਧਰ ਦੀ ਬਿਮਾਰੀ ਹਟ ਗਈ, ਉਹ ਵੀ ਗੁਰੂ ਘਰ ਦੇ ਮੁਰੀਦ ਬਣ ਗਏ। ਇਸ ਤਰ੍ਹਾਂ ਹਰ ਸੰਪਰਦਾ ਦਾ, ਹਰ ਮਜ਼ਹਬ ਦਾ ਪ੍ਰੇਮੀ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ, ਉਹ ਗੁਰੂ ਦਾ ਬਣ ਜਾਂਦਾ। ਇਧਰਲੇ ਪਾਸੇ ਜਿਹੜੇ ਕੱਟੜ ਲੋਕ ਸਨ, ਉਹ ਹਰ ਵੇਲੇ ਗੁਰੂ ਘਰ ਨਾਲ ਈਰਖਾ ਕਰਦੇ ਹਨ। ਸੂਰਜ ਚੜ੍ਹਿਆ ਦੇਖ ਕੇ ਉੱਲੂ ਘਬਰਾਵੇ। ਸੂਰਜ ਨੂੰ ਸਾਰੇ ਚਾਹੁੰਦੇ ਨੇ ਪਰ ਉੱਲੂ ਨਹੀਂ ਚਾਹੁੰਦਾ।
इस करके वो लोग भी दिन रात सोचते रहते हैं। इतिहास ऐसा भी आता है, कई बार अकबर बादशाह को शिकायत उन्होंने लाइया पर उन्होंने शर्मशार होना पिया, मूँह दी खानी पई। पर ये सच दे गुरु घर दे विरोधी रुके नहीं, समय दी ताड़ दे विच हन। एक कट्टरवादी लोग और इस दे नाल ही चंदू दी धी दा रिश्ता वापस होना, वो भी गुरु घर दा विरोधी बन गया। होर जिहड़े चार भगत सन उन्हां दी जिस वेले बाणी सच्चे पातशाह जी ने प्रवान नहीं कीती, वो भी गुरु घर नाल ईर्खा करदे हन। अपने आप नूं भगत खवाउण वाले भाई कान्हा भाई उन्होंने होर साथी। तां इस तरह ये सारे किसी समय की उड़ीक विच हन। समा आया कि जहांगीर बादशाह का जिसले राज सी, ये बड़ा कट्टर सी, ये भी किसी समय की उड़ीक विच सी। और जिस वेले इसका लड़का खुसरो बागी होया, इसने फौज चढ़ाई, उसनूं लाहौर फड़िया, उसके साथियों नूं बड़ियां सजावां दे दे के मारिया और खुसरो नूं भी बड़ी सजा दी। उस वेले ये सारे इकट्ठे हो गए और इन्हां ने कहा कि बाकियां तो सजावां मिल गईयां हन, पर ए बादशाह तुहानूं पता नहीं कि ये सब कुछ की जड़ कित्थे है। वो पंचम पातशाह तुहाडे बागी पुत्र नूं उन्होंने शरण दी है, उहदी मदद की है, इस करके वो तो रह गए। और ये जिहड़ा जहांगीर बादशाह है, ये भी समय की उड़ीक विच सी। जिवें दास ने पिछले दौरान बेनती की कि वो अपने तोज की जहांगीरी विच लिखदा है, धन गुरु नानक देव महाराज के घर नूं भी ये गोंदवाल साहब झूठ की दुकान सी, सच्चे घर नूं झूठ शब्द वरतदा। कहंदा मैं बड़ी देर तो ध्यान रख रहा सी, पंचम पातशाह का अद्धा नाम लिख के कहंदा भी उन्हां दा असर ऐसा है कि बहुत सारे लोग उन्हां दे ही सेवक बनते जाते सन, और मैं चाहुंदा सी कि ये मैं कदों बंद करा। अज उसनूं भी ये बहाना मिल गया और उसने की कीता कि जिहड़ा मुर्तजा खां सी ओदी ड्यूटी ला दी कि पंचम पातशाह जी नूं गिरफ्तार करके तुसीं लाहौर लियाओ। सच्चे पातशाह जी दे गिरफ्तारी दे वारंट जिहड़े सी लाहौर तो इस जहांगीर बादशाह ने कढ़ दिते। इधर मेरे पंचम पातशाह धन गुरु अर्जन देव महाराज कट कट के अंतर की जानत, भले बुरे की पीर पिशांत आप जी ने त्यारे कर ले हन। और ब्रह्म ज्ञानी बाबा बुढ़ा साहब जी वर्गे गुरमुख प्यारियां नूं इकट्ठियां करके आप जी ने वचन किया कि साडा शीश लगना, असी शरीर करके लाहौर तो वापस नहीं आना। ये सारियां विचारां दस के मेरे पंचम पातशाह जी ने उस वेले छेवें सतगुरु धन गुरु हरगोबिंद साहब महाराज जी, जिन्हां दे जे शरीर की उम्र बहुती वड्डी नहीं, उन्हां नूं गिरयाई बख्शी है। जो गुरु घर की मर्यादा सी, 5 पैसे नारियल रख के और श्री हरगोबिंद साहब जी दियां 4 परिक्रमा करके मत्था टेकिया, भाव गुरु जोत प्रगट की छेवें स्वरूप के अंदर। और संगतां नूं आप जी ने उपदेश दिता कि हुण असीं इस स्वरूप विच विचरांगे और हर बख्शिश तुहाडी इन्हां दे राहीं होएगी। भाव छेवें सतगुरु दा पल्ला आप जी ने फड़ाया। उत्थे छेवें सतगुरु जी नूं उपदेश दिता है, जो रात भी दीवान विच विचार हुई कि पंचम पातशाह जी ने वचन किया कि सदा धीरज धारण रखनी है, भाव सदा धीरज धारण करनी है, करामात किते भी प्रगट नहीं करनी, पै रात रहिंदे स्नान करके आत्म स्वरूप का ध्यान करना। चौथा, ये जगत मिथ्या है, आत्मा नूं सच्चा जानना। पंजवां, सत संगत नित करनी है। छेवां, बाहर भगतां दी किरिया करनी है, अंदर वाहिगुरू नूं श्वास श्वास हिरदे विच धारण करना। ते सतवां वचन मेरे पंचम पातशाह जी ने जो वचन कीता, उपदेश दिता है
ਕਿ ਮੀਰੀ ਪੀਰੀ ਦੇ ਸਿਧਾਂਤ ਦਾ ਪ੍ਰਚਾਰ ਕਰਨਾ ਹੈ, ਸ਼ਸਤਰਧਾਰੀ ਹੋਣਾ ਹੈ। ਸੋ ਇਹ ਜਿਹੜੀਆਂ ਵਿਚਾਰਾਂ ਰਾਤ ਦੀਵਾਨ ਦੇ ਵਿੱਚ ਹੋਈਆਂ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਤਿਆਰੇ ਕੀਤੇ ਹਨ। ਸਾਧ ਸੰਗਤ ਜੀ, ਹੁਣ ਉਹ ਸੰਗਤਾਂ ਦੇ ਅੰਦਰ ਕਿੰਨਾ ਕੁ ਪਿਆਰ ਹੈ, ਨੇਤਰਾਂ ਚੋਂ ਜਲ ਜਾਂਦਾ ਹੈ। ਸੰਗਤਾਂ ਦੇ ਅੰਦਰ ਐਸੀ ਵੇਦਨਾ ਹੈ ਕਿ ਸੱਚੇ ਪਾਤਸ਼ਾਹ ਅਸੀਂ ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਰਹਿ ਨਹੀਂ ਸਕਦੇ। ਉਸ ਵੇਲੇ ਸਾਰੀ ਸੰਗਤ ਦੇ ਅੰਦਰ ਐਸਾ ਸੱਚਾ ਪਿਆਰ ਹੈ। ਸੰਗਤ ਨਹੀਂ ਚਾਹੁੰਦੀ ਕਿ ਇਹ ਸੋਹਣੇ ਸਰੂਪ ਇਹਨਾਂ ਨੇਤਰਾਂ ਤੋਂ ਓਲੇ। ਸਤਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਦਿਲਾਸਾ ਦੇ ਕੇ ਉਥੋਂ ਤਿਆਰੇ ਕਰਦੇ ਹਨ। ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਸਾਰੀ ਦੁਨੀਆ ਦੇ ਇਤਿਹਾਸ ਵਿੱਚ ਇੱਕ ਮਿਸਾਲ ਹੈ। ਕਾਹਦੇ ਵਾਸਤੇ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਸਹੀ ਸਲਾਮਤ ਰੱਖਣ ਵਾਸਤੇ, ਧਿਆਨ ਦੇਣਾ। ਦੂਸਰਾ ਸਰਬੱਤ ਦੇ ਭਲੇ ਵਾਸਤੇ, ਤੀਸਰਾ ਧਰਮ ਵਾਸਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੋ ਸ਼ਹਾਦਤ ਹੋਈ ਹੈ ਨਾ, ਵਿਦਵਾਨ ਲਿਖਦੇ ਨੇ ਕਿ ਉਸ ਵੇਲੇ ਜਦੋਂ ਆਪ ਜੀ ਨੇ ਸ਼ਹਾਦਤ ਦਾ ਜਾਮ ਪੀਤਾ, ਪਿਤਰ ਸੀਤਾ ਸੰਸਕਾਰ ਹੋਇਆ, ਪਾਵਨ ਦੇਹ ਕਾ ਕਰਾ ਸੰਸਕਾਰ, तीन लोग भया जय जयकार। ध्यान देना, तीन लोग भया जय जयकार। नौवें सतगुरु जी की जिस वेले शहादत हुई, शहादत कहते गवाही नूं, सच की गवाही। दसम पातशाह अपने बचना विच लिखते ने, ठीकर फोर दलीस सिर प्रपुर किया प्यान, तेग बहादुर सी किरिया करी न किन्हू आन, तेग बहादुर के चलत भयो जगत को शोक, है सब जग भयो जय 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 सुरलोक। कई विद्वाना ने इहदे जिहड़े अर्थ कीते है सब जग पिओ, भी ये की हो गया, ये की हो गया, जां हाय हाय भी, पर इहदे अर्थ जिवें है सब जग पिओ। जिस वेले संसार दे अंदर कोई आसरा नहीं रहिंदा, कोई है आसरा, ते वो है गुरु नानक साहिब दा आसरा। गुरु नानक साहिब गुरु तेग बहादुर महाराज। जिस वेले कोई बाह नहीं फड़दा, जे उस वेले बाह फड़दा है ते वो गुरु नानक साहिब गुरु तेग बहादुर महाराज जी हैं। 10 पातशाहियां दे नाम लै दिए। जदों दूसरियां दे कोई भी प्राण नहीं बचा सकदा, दूसरे दे धर्म वास्ते, तिल जंग दी राखी वास्ते, जे कोई दूसरों के प्राण बचा सकता है, दूसरों का धर्म, दूसरे धर्म वास्ते शहादत दे सकता है, तो वो है गुरु नानक साहब। है सब जग भयो जय 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 सुरलोक। इसी तरह पंचम पातशाह महाराज उन्हां दे समय में इसी तरह होया। कदे सिद्धा ने जिस वेले गुरु नानक साहब सच्चे पातशाह जी दे काश पर्वत ते दर्शन कीते सन, बचन सरवण कीते सन, सिद्ध बोलन सो बचन धन नानक तेरी वड्डी कमाई। ते ओ केवल उस वेले ही नहीं, धन नानक तेरी वड्डी कमाई सदा वास्ते इस संसार ते गूंजां पैंदियां रहणगीआं। ते जिस वेले पंचम पातशाह जी की शहादत हुई है, उस वेले भी इस संसार से आवाज गूंजी है, धन नानक तेरी वड्डी कमाई, पावन देह का करा संस्कार, 3 लोग भया जय जयकार। आओ आज इहदे ते कुछ बेनतियां करनियां हन। सतगुरु सच्चे पातशाह जी की शहादत नूं आपां नमस्कार करना। सतगुरु सच्चे पातशाह सारी संगत नूं दिलासा दे के अपने नाल 5 गुरसिख नाल लैंदे ने।
ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਲੰਗਾ ਜੀ, ਭਾਈ ਪ੍ਰਾਣਾ ਜੀ, ਭਾਈ ਵਿਧੀਆ ਜੀ। ਆਪ ਜੀ ਅੰਮ੍ਰਿਤਸਰ ਦੇ ਪਾਵਨ ਸਥਾਨ ਤੋਂ ਚਲਦੇ ਚਲਦੇ ਲਾਹੌਰ ਪਹੁੰਚਦੇ। ਇੱਥੇ ਭਾਈ ਸਿੱਧੂ ਜੀ ਦੇ ਘਰ ਆਪ ਜੀ ਰਾਤ ਨੂੰ ਠਹਿਰਦੇ ਹਨ। ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆ ਰਹੀਆਂ। ਅਗਲੇ ਦਿਨ ਜਿਸ ਵੇਲੇ ਜਹਾਂਗੀਰ ਬਾਦਸ਼ਾਹ ਦੇ ਨਾਲ ਮਿਲਾਪ ਹੋਇਆ ਨਾ, ਤੇ ਉਹਨੇ ਕਿਹਾ ਵੀ ਤੁਸੀਂ ਮੇਰੇ ਲੜਕੇ ਨੂੰ ਸ਼ਰਨ ਦਿੱਤੀ ਹੈ। ਉਤੇ ਬਾਗੀ ਸ਼ਿਬਿਰ ਤੋਂ ਪੰਚਮ ਬਾਦਸ਼ਾਹ ਕਹਿੰਦੇ, ਬਾਦਸ਼ਾਹ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਤੇਰੇ ਲੜਕੇ ਨੂੰ ਹੀ ਸ਼ਰਨ ਨਹੀਂ, ਇਸ ਦਰ ਤੇ ਸਾਰੇ ਸੰਸਾਰ ਨੂੰ ਹੀ ਸ਼ਰਨ ਮਿਲਦੀ ਹੈ। ਇਹ ਗੁਰੂ ਨਾਨਕ ਸਾਹਿਬ ਦਾ ਦਰ ਹੈ, ਪਰਮੇਸ਼ਰ ਦਾ ਦਰ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਦ ਸੁਆਮੀ ਸੰਦਾ। ਕੋਈ ਵੀ ਆਵੇ ਲੰਗਰ ਛਕੇ, ਕੋਈ ਵੀ ਆਵੇ ਦਰਸ਼ਨ ਕਰੇ। ਬਾਕੀ ਅਸੀਂ ਗੁਰੂ ਘਰ ਦੀ ਮਾਇਆ ਨਹੀਂ ਕਿਸੇ ਨੂੰ ਦਿੰਦੇ। ਕੋਈ ਵੀ ਆ ਸਕਦਾ। ਕਹਿਣ ਲੱਗਾ ਕਿ ਤੁਸੀਂ ਗ੍ਰੰਥ ਸਾਹਿਬ ਤਿਆਰ ਕੀਤੇ। ਉਸ ਵੇਲੇ ਪੋਥਾ ਸਾਹਿਬ ਕਹਿੰਦੇ ਸਨ ਜਾਂ ਗ੍ਰੰਥ ਸਾਹਿਬ ਕਹਿੰਦੇ ਸੀ। ਬਾਅਦ ਵਿੱਚ ਗੁਰੂ ਸ਼ਬਦ ਜਦੋਂ ਦਸਮ ਪਾਤਸ਼ਾਹ ਨੇ ਗੁਰਿਆਈ ਦਿੱਤੀ ਹੈ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਕਹਿ ਕੇ ਸੰਗਤ ਨਮਸਕਾਰ ਕਰਨੀ। ਕਹਿੰਦਾ ਰਾਜ ਮੇਰਾ ਹੈ। ਜਹਾਂਗੀਰ ਬਾਦਸ਼ਾਹ ਦੇ ਨਾਲ ਵਜ਼ੀਰ ਅਹਿਲਕਾਰ ਨਾਲ ਹਨ ਸਾਰੇ। ਜਹਾਂਗੀਰ ਨੂੰ ਆਪਣੇ ਰਾਜ ਤੇ ਮਾਣ ਹੈ, ਰਾਜ ਮੇਰਾ ਹੈ, ਤੇ ਤੁਸੀਂ ਇਹਦੇ ਉੱਤੇ ਬਾਦਸ਼ਾਹੀ ਮੋਹਰ ਕਿਉਂ ਨਹੀਂ ਲਵਾਈ? ਮੋਹਰ ਲਵਾਓ। ਮੇਰੇ ਪੰਚਮ ਬਾਦਸ਼ਾਹ ਕਹਿੰਦੇ, ਬਾਦਸ਼ਾਹ ਜਹਾਂਗੀਰ ਇਹਦੇ ਉੱਤੇ ਕਿਸੇ ਦੁਨੀਆ ਦੇ ਬਾਦਸ਼ਾਹ ਦੀ ਮੋਹਰ ਨਹੀਂ ਲੱਗੇਗੀ, ਕਿਉਂਕਿ ਇਹ ਬਾਣੀ ਅਕਾਲ ਪੁਰਖ ਵਾਹਿਗੁਰੂ ਦੀ ਹੈ। ਤੁਰਕੀ ਬਾਣੀ ਆਈ ਤਿਨ ਸੈਲੀ ਜਿੰਦ ਮਟਾਈ। ਉਸ ਵਾਹਿਗੁਰੂ ਦੀ ਮੋਹਰ ਲੱਗ ਚੁੱਕੀ ਹੈ। ਦੁਨੀਆ ਦੇ ਰਾਜੇ ਦੀ ਮੋਹਰ ਦੀ ਕੋਈ ਲੋੜ ਨਹੀਂ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਲ ਸਾਹਿਬ ਦਿਵਸ ਚਾਰ ਕੇ ਝੂਠੇ ਕਰਦ ਦਵਾਜਾ। ਰਾਜਾ ਦਾ ਰਾਜਾ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦੀ ਤਾਂ ਮੋਹਰ ਲੱਗ ਚੁੱਕੀ ਹੈ। ਦੁਨੀਆ ਦੇ ਰਾਜੇ ਦੀ ਮੋਹਰ ਨਹੀਂ ਲੱਗੇਗੀ। ਇਹ ਦੁਨੀਆ ਦੇ ਰਾਜੇ ਇਹ 4 ਦਿਨ ਦੇ ਪ੍ਰਾਹੁਣੇ ਹੈ। ਇਹਨਾਂ ਨੇ ਸੰਸਾਰ ਤੇ ਸਦਾ ਨਹੀਂ ਰਹਿਣਾ। ਇੱਥੇ ਵੱਡੇ ਵੱਡੇ ਆਏ ਚਲੇ ਗਏ, ਰਾਜੇ ਰਈਤ ਸਰਦਾਰ ਕੋਈ ਨਾ ਰਹਿਸਿਓ, ਹੱਟ ਪਟ ਮਜ਼ਾਰ ਹੁਕਮੀ ਤੈਸਿਓ। ਇਹ ਬਾਣੀ ਤੇ ਜੁਗੋ ਜੁਗੋ ਟੱਲ ਹੈ। ਇੱਥੇ ਤਾਂ ਵੱਡੇ ਵੱਡੇ ਆਏ ਚਲੇ ਗਏ। ਮੇਰੇ ਦਸਮ ਪਾਤਸ਼ਾਹ ਆਪਣੀ ਬਾਣੀ ਵਿੱਚ ਇੱਕ ਜਗ੍ਹਾ ਫਰਮਾਨ ਕਰਦੇ ਨੇ, ਏਕ ਸ਼ਿਵ ਪਏ ਏਕ ਗਏ ਏਕ ਫੇਰ ਪਏ। ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ हैं, ਬਰਮਾ ਵਿਸ਼ਨ ਕੀਤੇ वेद और प्राण ਕੀਤੇ। ਸਿਮਰਤ ਸਮੋਹਨ ਕਹਿ ਹੋਏ ਹੋਏ ਬਤੇ हैं, ਮੋਹਨ ਦੀ ਮੁਦਾਰ ਕੀਤੇ। ਅਸ਼ਨੀ ਕੁਮਾਰ ਕੀਤੇ ਅੰਸਾ ਅਵਤਾਰ ਕੀਤੇ। ਕਾਲ ਬਸ ਪਏ हैं, ਵੀਰ और ਪਕੰਬਰ ਕੀਤੇ। ਗਨੇ ਨਾ ਪਰਤ ਏਤੇ। ਭੂਮ ਹੀ ਤੈ ਹੋਏ ਕਹਿ ਫਿਰ ਭੂਮ ਹੀ ਮਲਏ। ਵੱਡੇ ਵੱਡੇ ਸੰਸਾਰ ਤੇ ਆਏ, ਉਹ ਸਰੀਰ ਕਰਕੇ ਸਦਾ ਨਹੀਂ। ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਇੱਥੇ ਝੂਠੇ ਰਾਜਿਆਂ ਦੀ ਮੋਹਰ ਦੀ ਕੋਈ ਲੋੜ ਨਹੀਂ। ਇਹਦੇ ਤੇ ਮੋਹਰ ਅਕਾਲ ਪੁਰਖ ਵਾਹਿਗੁਰੂ ਦੀ ਲੱਗ ਚੁੱਕੀ ਹੈ। ਇਹ ਬਾਣੀ ਤੁਰਕੀ ਬਾਣੀ ਆਈ ਤਿਨ ਸਗਲੀ ਜਿੰਦ ਮਟਾਈ। ਤੁਰ ਦਰਗਾਹ ਅਕਾਲ ਪੁਰਖ ਵਾਹਿਗੁਰੂ। ਬੇਨਤੀ ਕਰਾਂ, ਵਾਹਿਗੁਰੂ ਬਾਣੀ ਤੇ ਗੁਰੂ ਤਿੰਨੇ ਇੱਕ ਰੂਪ ਹਨ। ਬਹੁਤ ਸਾਰੇ ਗੁਰੂ ਪਿਆਰੇ ਵਿਦਵਾਨ ਜਿਨ੍ਹਾਂ ਦੀਆਂ ਐਸੀਆਂ ਵਿਚਾਰਾਂ ਹਨ ਕਿ ਬਾਣੀ ਵਾਹਿਗੁਰੂ ਦਾ ਸੰਦੇਸ਼ ਹੈ ਤੇ ਗੁਰੂ ਮਹਾਰਾਜ ਇਹ ਸੰਦੇਸ਼ ਲੈ ਕੇ ਸੰਸਾਰ ਤੇ ਆਏ। ਜਦ ਅਸੀਂ ਗੁਰਬਾਣੀ ਨਾਲ ਜੁੜਨੇ ਆ ਤਾਂ ਸਾਨੂੰ ਸੋਝੀ ਆਉਂਦੀ ਹੈ।
ਵਾਹਿਗੁਰੂ, ਗੁਰੂ ਤੇ ਬਾਣੀ ਤਿੰਨੇ ਇੱਕ ਰੂਪ ਹਨ। ਧਿਆਨ ਦੇਣਾ, ਸ਼ੈਖ ਫਰਮਾਨ ਕਰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸ਼ਤਾਰੇ। ਗੁਰੂ ਤੇ ਬਾਣੀ ਇੱਕ ਹੋ ਗਏ। ਦੂਸਰੀ ਜਗ੍ਹਾ ਫਰਮਾਨ ਆਉਂਦਾ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਈ। ਸੇਵਾਦਾਰ ਬੈਠ ਜਾਣ ਸਾਰੇ, ਰਾਮ ਨਾਲ ਬੈਠ ਜਾਓ ਸਾਰੇ ਜਿਹੜੇ ਖੜੇ ਆ। ਹੁਣ ਬਾਣੀ ਤੇ ਗੁਰੂ ਇੱਕ, ਬਾਣੀ ਪਰਮੇਸ਼ਰ ਇੱਕ। ਧਿਆਨ ਦੇਣਾ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਈ। ਹੁਣ ਸਾਹਿਬ ਦੂਸਰੀ ਜਗ੍ਹਾ ਫਰਮਾਨ ਕਰਦੇ ਨੇ ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਤੇ ਪਰਮੇਸ਼ਰ ਨੂੰ ਦੋ ਨਾ ਸਮਝੋ ਪਿਆਰੇ। ਪਹਿਲਾਂ ਬੇਨਤੀ ਹੋਈ ਬਾਣੀ ਤੇ ਗੁਰੂ, ਬਾਣੀ ਤੇ ਪਰਮੇਸ਼ਰ। ਹੁਣ ਇੱਥੇ ਬਚਨ ਆਇਆ ਗੁਰ ਪਰਮੇਸ਼ਰ ਏਕੋ ਜਾਣ। ਗੁਰ ਗੋਬਿੰਦ, ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਬੇਨਤੀ ਕਰ ਤੋਂ ਭਾਵ ਵਾਹਿਗੁਰੂ, ਗੁਰੂ ਤੇ ਬਾਣੀ ਤਿੰਨੇ ਇੱਕ ਰੂਪ ਹਨ। ਸਾਡੇ ਅੰਦਰ ਵਿਚਾਰ ਆਉਂਦੀ ਵੀ ਇੱਕ ਨਾਲ ਜੁੜਨਾ। ਜਦੋਂ ਅਸੀਂ ਬਾਣੀ ਨਾਲ ਜੁੜ ਗਏ, ਸ਼ਬਦ ਹਿਰਦੇ ਵਿੱਚ ਵਸ ਗਿਆ ਤੇ ਗੁਰੂ ਪਰਮੇਸ਼ਰ ਨਾਲ ਅਸੀਂ ਜੁੜ ਗਏ। ਮੇਰੇ ਪੰਚਮ ਪਾਤਸ਼ਾਹ ਕਹਿੰਦੇ ਐ ਬਾਦਸ਼ਾਹ, ਇਹਦੇ ਉੱਤੇ ਦੁਨੀਆ ਦੇ ਬਾਦਸ਼ਾਹ ਦੀ ਮੋਹਰ ਨਹੀਂ ਲੱਗਣੀ, ਇਹਦੇ ਤੇ ਮੋਹਰ ਅਕਾਲ ਪੁਰਖ ਦੀ ਲੱਗੀ ਹੋਈ ਹੈ। ਫਿਰ ਕਹਿੰਦੇ ਜੇ ਤੁਸੀਂ ਸ਼ਰ੍ਹਾ ਵਿੱਚ ਆ ਜਾਓ ਤੁਹਾਨੂੰ ਜੀਵਨ ਮਿਲ ਜਾਏਗਾ, ਤੁਹਾਨੂੰ ਦੁਨੀਆ ਦੇ ਰਾਜ ਭਾਗ ਦੇ ਸੁੱਖ ਮਿਲ ਜਾਣਗੇ। ਇਹਦੇ ਤੇ ਮੋਹਰ ਲਵਾਓ। ਬਾਦਸ਼ਾਹ ਦੀ ਬਾਰੇ ਕਹਿੰਦੇ ਬਿਲਕੁਲ ਨਹੀਂ। ਕਹਿੰਦੇ ਫਿਰ ਦੇਖ ਲਓ ਜੇ ਇਹ ਨਹੀਂ ਤੇ ਇੱਕ ਪਾਸੇ ਫਿਰ ਸਜਾਏ ਮੌਤ। ਇੱਕ ਜਾਸਾ ਸ਼ਬਦ ਹੈ ਜਿਹਦੇ ਵਿੱਚ 18 ਕਿਸਮ ਦੀ ਸਜ਼ਾ ਲਿਖੀ ਹੋਈ। 18 ਕਿਸਮ ਦੀ ਸਖਤ ਤੋਂ ਸਖਤ ਸਜ਼ਾ ਦੇਣੀ। ਉਹ ਸਜ਼ਾਵਾਂ ਦਿੱਤੀਆਂ ਗਈਆਂ ਗੁਰੂ ਸਾਹਿਬ ਨੂੰ, ਗੁਰੂ ਕੇ ਪਿਆਰਿਆਂ ਨੂੰ, ਰੱਬ ਦੇ ਪਿਆਰਿਆਂ ਨੂੰ। ਮੇਰੇ ਪੰਚਮ ਪਾਤਸ਼ਾਹ ਕਹਿੰਦੇ ਸਾਨੂੰ ਮੌਤ ਦਾ ਕੋਈ ਡਰ ਨਹੀਂ। ਅਸੀਂ ਆਪਣੇ ਬਚਨਾਂ ਤੇ ਅਟਲ ਹਾਂ। ਅਸੀਂ ਸੱਚ ਦਾ ਮਾਰਗ ਨਹੀਂ ਛੱਡਣਾ। ਮੇਰੇ ਪੰਚਮ ਪਾਤਸ਼ਾਹ ਜੀ ਉਸ ਵੇਲੇ ਆ ਬਚਨ ਕਰਦੇ ਆ, ਇਹ ਜਵਾਬ ਦਿੰਦੇ ਆ। ਉਸ ਵੇਲੇ ਇਸ ਜਹਾਂਗੀਰ ਬਾਦਸ਼ਾਹ ਨੇ ਕਾਜ਼ੀਆਂ ਨੂੰ ਨਾਲ ਲੈ ਕੇ, ਕਿਉਂਕਿ ਕਾਜ਼ੀ ਵੀ ਉਹਨਾਂ ਦੇ ਫਤਵਾ ਸੁਣਾਉਣ ਵਾਲੇ, ਉਹਨਾਂ ਹੁਕਮ ਮੰਨਣ ਵਾਲੇ, ਤੇ ਇਤਿਹਾਸ ਵਿੱਚ ਆਉਂਦਾ ਹੈ ਕਿ ਜਾਸ਼ਾ ਅਨੁਸਾਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਤੇ ਉਸ ਵੇਲੇ ਚੰਦੂ ਦੀ ਵੀ ਡਿਊਟੀ ਲੱਗ ਗਈ, ਜਿਹੜਾ ਇਸ ਸਮੇਂ ਦੀ ਡੀਕ ਵਿੱਚ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ, ਪੰਚਮ ਪਾਤਸ਼ਾਹ ਜੀ ਨੂੰ ਚੰਦੂ ਦੀ ਹਵੇਲੀ ਲਿਆਂਦਾ। ਚੰਦੂ ਕੀ ਕਹਿੰਦਾ ਹੈ? ਕਹਿੰਦਾ ਦੇਖੋ ਹੁਣ ਮੇਰਾ ਹੁਕਮ ਚੱਲਣਾ। ਜੇ ਤੁਸੀਂ ਅਜੇ ਵੀ ਮੇਰੀ ਲੜਕੀ ਦਾ ਰਿਸ਼ਤਾ ਕਬੂਲ ਕਰ ਲਓ, ਲੈ ਲਓ, ਤੇ ਤੁਹਾਡੇ ਵਾਸਤੇ ਫੁੱਲਾਂ ਦੀਆਂ ਸੇਜਾਂ, ਸਾਰੇ ਸੁੱਖ। ਨਹੀਂ ਤਾਂ ਫਿਰ ਦੇਖ ਲਓ ਜਿਹੜਾ ਤੁਹਾਡੇ ਵਾਸਤੇ ਹੁਕਮ ਹੈ। ਪੰਚਮ ਪਾਤਸ਼ਾਹ ਕਹਿੰਦੇ ਚੰਦੂ ਅਸੀਂ ਆਪਣੇ ਮਾਲਕ ਦੇ ਹੁਕਮ ਵਿੱਚ ਚੱਲ ਰਹੇ ਹਾਂ, ਤੇ ਤੈਨੂੰ ਜੇ ਤੇਰੇ ਮਾਲਕ ਦਾ ਹੁਕਮ ਹੈ ਤੂੰ ਕਰ, ਅਸੀਂ ਆਪਣੇ ਬਚਨਾਂ ਤੇ ਟਲਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇੱਕ ਦਿਨ ਧੁੱਪ ਵਿੱਚ, ਗਰਮੀ ਵਿੱਚ ਖੜਾ ਰੱਖਿਆ। ਸਾਹਿਬ ਅਡੋਲ ਹੰਸਾ ਸਾਹਿਬ। ਉਸ ਤੋਂ ਬਾਅਦ
ਜਿਵੇਂ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਬਿਠਾਇਆ ਗਿਆ ਸੀ, ਪਾਣੀ ਬਾਲਿਆ ਗਿਆ ਸੀ, ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਨੂੰ ਵੀ ਦੇਗ ਵਿੱਚ ਬਿਠਾਇਆ ਗਿਆ। ਤੇ ਫਿਰ ਪੁੱਛਦੇ ਮੇਰੇ ਪੰਚਮ ਪਾਤਸ਼ਾਹ ਨੇ ਸੀ ਆਪਣੇ ਬਚਨਾਂ ਤੇ ਟਲ। ਅੱਜ ਸਮਾਂ ਆਇਆ, ਤਿਆਰੀ ਕੀਤੀ ਗਈ ਲੋਹ ਤੇ ਬਿਠਾਉਣ ਦੀ। ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਜਸ ਅਨੁਸਾਰ ਬੜੀਆਂ ਸਜਾਵਾਂ ਹਨ 18 ਕਿਸਮ ਦੀਆਂ। ਸਾਹਿਬ ਨੂੰ ਲੋਹ ਤੇ ਬਿਠਾਉਣ ਵਾਸਤੇ ਤਿਆਰੀ ਕੀਤੀ ਹੈ। ਦਿਨ ਕਿਹੜੇ ਨੇ? ਅੱਜ ਜਦੋਂ ਜੇਠ ਦੇ ਦਿਨ ਤਪਦੇ ਆ ਨਾ, ਤੇ ਪੰਛੀ ਵੀ ਆਲ੍ਹਣਿਆਂ ਵਿੱਚੋਂ ਡਿੱਗ ਡਿੱਗ ਕੇ ਮਰਦੇ ਆ, ਪਾਪ ਮਰ ਮਰ ਕੇ ਡਿੱਗਦੇ ਗਰਮੀ ਨਾਲ। ਐਸੇ ਦਿਨ ਉਸ ਵੇਲੇ ਲੋਹ ਨੂੰ ਗਰਮ ਕੀਤਾ ਗਿਆ, ਜਿਸ ਵੇਲੇ ਅੱਗ ਵਰਗੀ ਲੋਹ ਗਰਮ ਹੋ ਗਈ। ਤੇ ਮੇਰੇ ਪੰਚਮ ਪਾਤਸ਼ਾਹ ਜੀ ਨੂੰ ਕਿਹਾ ਗਿਆ ਕਿ ਹੁਣ ਤੁਸੀਂ ਇਸ ਲੋਹ ਤੇ ਬੈਠੋ। ਪੰਚਮ ਪਾਤਸ਼ਾਹ ਜੀ ਦੇ ਚਿਹਰੇ ਤੇ ਉਹੀ ਮੁਸਕਰਾਹਟ ਹੈ, ਉਹੀ ਨੂਰ ਹੈ, ਉਹੀ ਜਲਾਲ ਹੈ। ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਕਹਿ ਕੇ ਇਉਂ ਲੋ ਤੇ ਚੌਂਕੜਾ ਮਾਰ ਕੇ ਬੈਠ ਜਾਂਦੇ।